त्रास मिटाई। इक अरदास पाठ कीरत की, गुर रामदास राखू शरणाई। इक अरदास पाठ कीरत की, गुर रामदास राखो शरणाई। वाहिगुरु जी का खालसा, वाहिगुरु जी की फतेह। समूह साध संगत आओ जो सचखंड श्री हरमंदिर ਸਾਹਿਬ ਤੋਂ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀਆਂ ਨੇ ਬਖਸ਼ਿਸ਼ ਕੀਤੀ ਹੈ, ਹੁਕਮਨਾਮੇ ਦੇ ਰੂਪ ਦੇ ਵਿੱਚ ਸਾਰੇ ਹੀ ਪਹਿਲੋਂ ਹੁਕਮਨਾਮਾ ਸਰਵਣ ਕਰੀਏ। ਸਤਿਗੁਰੂ ਜੋ ਬਖਸ਼ਿਸ਼ ਕਰ ਰਹੇ ਨੇ। ਸੋਰਠ ਮਹੱਲਾ ਪੰਜਵਾਂ। ਗੁਰਪੂਰਾ ਭੇਟਿਓ ਵਡ ਪਾਗੇ, ਮਨਹਿ ਪਿਆ ਪਰਗਾਸਾ। कोई न पहुँचन हारा दूजा, अपने साहिब का परवासा। गुरपूरा पेट्यो वड पागे, मनहे पया परगासा। कोई न पहुँचन हारा दूजा, अपने साहिब का परवासा। अपने सतगुरु कै बलहारै, आगे सुख पाशे सुख सहजा। कर आनंद हमारे रहाओ, अंतर जामे करने हारा। सोई खसम हमारा, निरपौ पे गुर चरणी लागे। इक राम नाम आधारा, सफल दर्शन अकाल मूरत प्रभ। है पी होमन हारा, कंठ लगाए अपने जन राखे। अपनी प्रीत प्यारा, वड्डी वड्याई अचरज शोभा। कारज आया रासे, नानक को गुरपूरा भेटियो। सगले दुख विनासे, वड्डी वड्याई अचरज शोभा। कारज आया रासे, नानक को गुरपूरा भेटियो। सगले दुख विनासे। वाहिगुरु जी का खालसा, वाहिगुरु जी की फतेह। सतगुਰਾਂ ने जो पावन बख्शिश की है, सचखंड श्री हरमंदिर ਸਾਹਿਬ ਤੋਂ ਆਪ ਸਾਰਿਆਂ ਨੇ ਹੁਕਮਨਾਮੇ ਦੇ ਰੂਪ ਦੇ ਵਿੱਚ ਸ਼ਬਦ ਸਰਵਣ ਕੀਤਾ ਹੈ। ਸੋਰਠ ਰਾਗ ਦੇ ਅੰਦਰ ਸਤਿਗੁਰਾਂ ਨੇ ਜੋ ਤਾਕੀਦ ਕੀਤੀ ਹੈ ਕਿ ਸੋਰਠ ਰਾਗ ਦੇ ਵਿੱਚ ਇਸ ਸ਼ਬਦ ਨੂੰ ਗਾਇਨ ਕਰਨਾ ਹੈ। ਮਹੱਲਾ ਪੰਜਵਾਂ। ਪੰਚਮ ਗੁਰਦੇਵ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਆਪਣੇ ਪਾਵਨ ਬਚਨਾਂ ਵਿੱਚ ਬਖਸ਼ਿਸ਼ ਕਰਦੇ ਨੇ, ਰਹਿਮਤ ਕਰਦੇ ਹਨ। ਗੁਰ ਪੂਰਾ ਭੇਟਿਓ ਵਡਭਾਗੀ, ਮਨਹਿ ਪਾਇਆ ਪਰਗਾਸਾ। ਕੋਏ ਨਾ ਪਹੁੰਚਨ ਹਾਰਾ ਦੂਜਾ, ਆਪਣੇ ਸਾਹਿਬ ਕਾ ਪਰਵਾਸਾ। ਕਹਿੰਦੇ ਜਦੋਂ ਗੁਰੂ ਪੂਰੇ ਦੇ ਦਰਸ਼ਨ ਹੋ ਜਾਂਦੇ ਨੇ, ਗੁਰੂ ਪੂਰੇ ਦੇ ਨਾਲ ਮੇਲ ਹੋ ਜਾਂਦਾ ਹੈ, ਤੇ ਜਿਹੜਾ ਅਗਿਆਨਤਾ ਦਾ ਅੰਧੇਰਾ ਹੈ ਉਹ ਖਤਮ ਹੋ ਜਾਂਦਾ ਹੈ। ਅਗਿਆਨਤਾ ਦਾ ਅੰਧੇਰਾ ਸਾਨੂੰ ਭਟਕਾਉਂਦਾ ਹੈ, ਤੇ ਜਦੋਂ ਗੁਰੂ ਪੂਰੇ ਦੇ ਦਰਸ਼ਨ ਹੋ ਜਾਂਦੇ ਨੇ, ਜਦੋਂ ਗੁਰੂ ਦੇ ਦਰ 'ਤੇ ਆ ਕੇ ਸਤਿਗੁਰੂ ਦੇ ਅਸੀਂ ਦਰਸ਼ਨ ਕਰਦੇ ਹਾਂ। ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ ਜੀਆਂ ਦੇ ਵੇਲੇ ਆਮ ਇੱਕ ਕਹਾਵਤ ਸੀ, ਆਮ ਸੰਗਤਾਂ ਆਖਿਆ ਕਰਦੀਆਂ ਸਨ ਕਿ ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ ਜਦੋਂ ਸਮਾਧੀ ਤੋਂ ਉੱਠਦੇ ਹਨ ਤੇ ਉਹਨਾਂ ਦੇ ਦਰਸ਼ਨ ਕਰਨੇ, ਸਾਰੇ ਦੁੱਖਾਂ ਦੀ ਨਿਵਰਤੀ ਹੋ ਜਾਂਦੀ ਹੈ। ਗੁਰੂ ਦੇ ਦਰਸ਼ਨ ਕਰਨ ਦੇ ਨਾਲ ਦੁੱਖਾਂ ਦੀ ਨਿਵਰਤੀ ਹੋ ਜਾਂਦੀ ਹੈ। ਜਦੋਂ ਅਸੀਂ ਗੁਰੂ ਦੇ ਦਰਸ਼ਨ ਆ ਕਰਕੇ ਕਰਦੇ ਹਾਂ, ਗੁਰੂ ਦੇ ਦਰ 'ਤੇ ਆ ਕੇ ਝੁਕਦੇ ਹਾਂ। ਸਤਿਗੁਰਾਂ ਨੇ ਪਹਿਲੀ ਪੰਕਤੀ ਦੇ ਵਿੱਚ ਇਹ ਗੱਲ ਆਖੀ ਹੈ, ਗੁਰ ਪੂਰਾ ਭੇਟਿਓ ਵਡਭਾਗੀ, ਮਨਹਿ ਪਿਆ ਪਰਗਾਸਾ। ਇਹਦਾ ਮਤਲਬ ਜੇ ਪੂਰੇ ਗੁਰੂ ਦੀ ਗੱਲ ਕੀਤੀ ਹੈ, ਅਧੂਰਾ ਵੀ ਕੋਈ ਹੈ।
ਜੇ ਸਤਿਗੁਰਾਂ ਨੇ ਪੂਰੇ ਗੁਰੂ ਦੀ ਇੱਥੇ ਗੱਲ ਕੀਤੀ, ਅਧੂਰਾ ਵੀ ਕੋਈ ਹੈ? ਅਧੂਰੇ ਕਿਹੜੇ ਹਨ? ਅਧੂਰੇ ਉਹ ਹਨ ਜਿਹੜੇ ਆਪਣੇ ਆਪ ਨੂੰ ਗੁਰੂ ਤਾਂ ਕਹਾਉਂਦੇ ਹਨ, ਗੁਰੂ ਤਾਂ ਕਹਾਉਂਦੇ ਨੇ ਆਪਣੇ ਆਪ ਨੂੰ, ਪਰ ਉਹਨਾਂ ਦੇ ਵਿੱਚ ਉਹ ਗੁਣ ਕੋਈ ਨਹੀਂ ਆ, ਉਹਨਾਂ ਦੇ ਵਿੱਚ ਉਹ ਗੁਣ ਕੋਈ ਨਹੀਂ ਆ। ਆਪਣੇ ਆਪ ਨੂੰ ਬਹੁਤ ਅਡੰਬਰ ਬਣਾ ਕਰਕੇ, ਬੜੀ ਭੀਖ ਬਣਾ ਕਰਕੇ ਆਪਣੇ ਆਪ ਨੂੰ ਗੁਰੂ ਸਦਵਾਉਂਦੇ ਨੇ। ਆਪਣੇ ਚੇਲਿਆਂ ਨੂੰ ਇਹ ਗੱਲ ਕਹਿੰਦੇ ਨੇ ਕਿ ਅਸੀਂ ਤੁਹਾਡੇ ਗੁਰੂ ਹਾਂ, ਪਰ ਉਹ ਜਿਹੜੇ ਗੁਰੂ ਨੇ ਉਹ ਪਾਰ ਉਤਾਰਾ ਨਹੀਂ ਕਰ ਸਕਦੇ, ਉਹ ਤੁਹਾਨੂੰ ਪਾਰ ਨਹੀਂ ਲੰਘਾ ਸਕਦੇ। ਗੁਰ ਪੂਰਾ ਭੇਟਿਓ ਵਡਭਾਗੀ, ਪੂਰੇ ਗੁਰੂ ਦੀ ਜਦੋਂ ਗੱਲ ਕੀਤੀ ਹੈ ਤੇ ਪੂਰਾ ਗੁਰੂ ਹੈ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਤੇ ਧੰਨ ਗੁਰੂ ਕਲਗੀਧਰ ਮਹਾਰਾਜ ਜੀਆਂ ਨੇ ਸਾਨੂੰ ਪੂਰੇ ਗੁਰੂ ਦੇ ਲੜ ਲਾਇਆ ਹੈ। ਜਿਸ ਵੇਲੇ ਨਾਂਦੇੜ ਸਾਹਿਬ ਦੀ ਧਰਤੀ ਤੇ ਧੰਨ ਗੁਰੂ ਕਲਗੀਧਰ ਮਹਾਰਾਜ ਜੀਆਂ ਨੇ ਸੱਚਖੰਡ ਪਿਆਨਾ ਕਰਨਾ ਸੀ, ਸੱਚਖੰਡ ਨੂੰ ਜਾਣਾ ਸੀ, ਤੇ ਉਸ ਵੇਲੇ ਸਭ ਤੋਂ ਪਹਿਲਾਂ ਸਤਿਗੁਰਾਂ ਨੂੰ ਵੀ ਇਹ ਪਤਾ ਸੀ ਗੱਲ ਦਾ ਕਿ ਜੇ ਅੱਜ ਅਸੀਂ ਗੁਰੂ ਦੇ ਲੜ ਨਾ ਲਾਇਆ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੇ, ਤੇ ਸਾਡੇ ਸਿੱਖ ਭਟਕ ਜਾਣਗੇ, ਰਾਹ ਤੋਂ ਖੁੰਝ ਜਾਣਗੇ, ਪਾਸੇ ਹੋ ਜਾਵਣਗੇ। ਤੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਕਲਗੀਧਰ ਮਹਾਰਾਜ ਜੀਆਂ ਨੇ ਇਹ ਬਖਸ਼ਿਸ਼ ਕੀਤੀ, ਰਹਿਮਤ ਕੀਤੀ ਕਿ ਸਿੱਖਾਂ ਨੂੰ ਇਕੱਤਰ ਕਰਕੇ ਸਭ ਤੋਂ ਪਹਿਲਾਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੇ ਅੱਗੇ ਆਪ ਮੱਥਾ ਟੇਕਿਆ, 5 ਪੈਸੇ ਤੇ ਨਾਰੀਅਲ ਰੱਖ ਕੇ ਪਰਿਕਰਮਾ ਕਰ ਦਿੱਤੀ, ਤੇ ਨਾਲ ਇਹ ਗੱਲ ਕਹਿ ਦਿੱਤੀ ਕਿ ਅੱਜ ਤੋਂ ਬਾਅਦ ਤੁਹਾਡਾ ਗੁਰੂ ਜਿਹੜਾ ਹੈ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਹੋਣਗੇ, ਦੇਹਧਾਰੀ ਗੁਰੂ ਨਹੀਂ ਹੋਏਗਾ। ਦੇਹਧਾਰੀ ਗੁਰੂ ਦੀ ਪ੍ਰਥਾ ਖਤਮ ਕਰ ਦਿੱਤੀ। ਸਤਿਗੁਰਾਂ ਨੂੰ ਪਤਾ ਸੀ ਆਉਣ ਵਾਲੇ ਸਮੇਂ ਦੇ ਵਿੱਚ ਸਿੱਖ ਭਟਕ ਨਾ ਜਾਵਣ, ਤੇ ਗੁਰੂ ਗ੍ਰੰਥ ਸਾਹਿਬ ਦੇ ਲੜ ਲਾ ਦਿੱਤਾ ਤੇ ਕਹਿ ਦਿੱਤਾ ਇਹ ਗੱਲ, ਆਗਿਆ ਭਈ ਅਕਾਲ ਕੀ ਤਬੀ ਚਲਾਇਓ ਪੰਥ, ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇਹ, ਜੋ ਪ੍ਰਭ ਕੋ ਮਿਲਵੋਚ ਹੈ ਖੋਜ ਸ਼ਬਦ में ले, राज करेगा खालसा आकी रहे ना कोई, खुआर होई सब मिलेंगे बचे शरण जो होए। ਅੱਜ ਤੋਂ ਬਾਅਦ ਤੁਹਾਡਾ ਗੁਰੂ ਹੈ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਤੁਸਾਂ ਗੁਰੂ ਦੇ ਲੜ ਲੱਗਣਾ ਹੈ। ਪਿਆਰਿਓ, ਸੱਚਮੁੱਚ ਹੀ ਜਿਹੜੇ ਗੁਰੂ ਦੇ ਹੋ ਜਾਂਦੇ ਨੇ, ਜਿਹੜੇ ਗੁਰੂ ਦੇ ਲੜ ਲੱਗ ਜਾਂਦੇ ਨੇ, ਹੁਣੇ ਹੁਣੇ ਆਪ ਸਾਰਿਆਂ ਨੇ ਹੋਲਾ ਮਹੱਲਾ ਧੰਨ ਗੁਰੂ ਕਲਗੀਧਰ ਮਹਾਰਾਜ ਜੀਆਂ ਨੇ ਜੋ ਬਖਸ਼ਿਸ਼ ਕੀਤੀ, ਸਾਰੇ ਜਗਤ ਦੇ ਵਿੱਚ ਹੋਲੀਆਂ ਮਨਾਈਆਂ ਜਾਂਦੀਆਂ ਸਨ, ਪਰ ਸਤਿਗੁਰਾਂ ਨੇ ਜੋ ਵਿਲੱਖਣ ਗੱਲ ਪੈਦਾ ਕੀਤੀ, ਹੋਲਾ ਮਹੱਲਾ, ਸਿੱਖਾਂ ਨੂੰ ਇਸ ਦਿਨ ਦੇ ਉੱਤੇ ਆਪਣੇ ਗੱਤਕੇ ਦੇ ਜ਼ੋਹਰ ਦਿਖਾਉਣੇ, ਘੋੜ ਸਵਾਰੀ ਤੇ ਸਿੱਖੀ ਦੇ ਜਿਤਨੇ ਵੀ ਮੁੱਢਲੇ ਗੁਣ ਹਨ ਉਹ ਦਰਸਾਉਣ ਵਾਸਤੇ, ਜੰਗਾਂ ਵਾਸਤੇ ਤਿਆਰੀ ਕਰਨ ਵਾਸਤੇ 2 ਧੜੇ ਬਣਾ ਦੇਣੇ ਤੇ ਸਿੱਖਾਂ ਦੇ ਆਪਸ ਦੇ ਵਿੱਚ ਉਹਨਾਂ ਦੇ ਜੰਗ ਕਰਾਉਣੇ, ਘੋੜ ਸਵਾਰੀ ਕਰਾਉਣੀ। ਇਹ ਸਤਿਗੁਰਾਂ ਨੇ ਨੇਜੇ ਬਾਜ਼ੀ ਇਤ ਆਦਿਕ ਸਤਿਗੁਰਾਂ ਨੇ ਇਹ ਬਖਸ਼ਿਸ਼ ਸਾਡੇ ਤੇ ਕੀਤੀ ਹੋਲੇ ਮਹੱਲੇ ਵਾਲੇ ਦਿਨ, ਜੋ ਹੁਣੇ ਹੁਣੇ ਮਨਾ ਕੇ ਹਟੇ ਹਾਂ। ਮੈਨੂੰ ਪੂਰੇ ਗੁਰੂ ਦੀ ਗੱਲ ਤੋਂ ਯਾਦ ਆਈ ਗੱਲ ਕਿ ਜਿਹੜਾ ਵੀ ਗੁਰੂ ਦੇ ਨਾਲ ਜੁੜ ਜਾਂਦਾ ਹੈ, ਹੋਲੇ ਮਹੱਲੇ ਦੇ ਨਾਲ ਸੰਬੰਧਿਤ ਹੈ ਗੱਲ। ਇੱਕ ਮੁਸਲਮਾਨ ਵੀਰ ਕਹਿੰਦੇ ਉਹ ਟਰੱਕ ਦਾ ਡਰਾਈਵਰ, ਪਰ ਉਸਨੇ ਆਪਣੇ ਤਸਵੀਰ ਗੁਰੂ ਕਲਗੀਧਰ ਮਹਾਰਾਜ ਜੀ ਦੀ ਲਗਾਈ ਹੋਈ, ਧੰਨ ਗੁਰੂ ਕਲਗੀਆਂ ਵਾਲੇ ਦੀ ਤਸਵੀਰ ਲਗਾਈ ਹੋਈ, ਤੇ ਦੂਸਰੇ ਸਿੱਖ ਨੇ ਪੁੱਛਿਆ ਉਸਨੂੰ ਕਿ ਤੁਸੀਂ ਤਾਂ ਮੁਸਲਮਾਨ ਹੋ, ਪਰ ਗੁਰੂ ਕਲਗੀਧਰ ਮਹਾਰਾਜ ਦੀ ਫੋਟੋ ਤੁਹਾਡੇ ਟਰੱਕ ਦੇ ਵਿੱਚ ਕਿਵੇਂ? ਪਰ ਉਸ ਮੁਸਲਮਾਨ ਵੀਰ ਨੇ ਇਹ ਗੱਲ ਆਖੀ। ਪਿਆਰਿਓ, ਪਹਿਲੀ ਤਾਂ ਗੱਲ ਇਹ ਹੈ, ਸਾਡੇ ਗੁਰੂ ਸਾਹਿਬਾਨਾਂ ਨੇ ਕੋਈ ਵਿਤਕਰਾ ਨਹੀਂ ਰੱਖਿਆ।
कोई बोले राम राम, कोई खुदाए, कोई सेवे गसैया, कोई अलाए, कारण करण करीम, कृपा धार रही। कोई पढ़े वेद, कोई कतेब, कोई उड़े नील, कोई सफेद, कोई कहे तुर्क, कोई कहे हिंदू, कोई बादशाह पिस्त, कोई सरगंदू। कहो नानक जिन हुक्म पछाता, प्रभ साहिब का तिन भेद जाता। ਗੱਲ ਤੇ ਇੱਥੇ ਹੁਕਮ ਨੂੰ ਪਛਾਣਨ ਦੀ ਹੈ, ਭਾਵੇਂ ਕਿਸੇ ਵੀ ਵਰਣ ਦੇ ਵਿੱਚ ਕਿਉਂ ਨਾ ਹੋਵੇ। ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚੌਂ ਵਰਣਾ ਕੋ ਸਾਂਝਾ। ਇੱਥੇ ਤੇ ਕੋਈ ਵਿਤਕਰਾ ਨਹੀਂ ਆ। ਧੰਨ ਗੁਰੂ ਰਾਮਦਾਸ ਜੀ ਮਹਾਰਾਜ ਜੀਆਂ ਨੇ ਜੋ ਬਖਸ਼ਿਸ਼ ਕੀਤੀ, ਰਹਿਮਤ ਕੀਤੀ, ਸਾਡੇ ਤੇ 4 ਦਰਵਾਜ਼ੇ ਰੱਖ ਦਿੱਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ। ਖੱਤਰੀ ਬ੍ਰਾਹਮਣ ਸੂਦ ਵੈਸ਼ ਉਪਦੇਸ਼ ਚੌਂ ਵਰਨਾ ਕੋ ਸਾਂਝਾ, ਸਾਰਿਆਂ ਵਾਸਤੇ। ਜਿਹੜਾ ਵੀ ਜਪੇਗਾ, ਜੋ ਜਪੈ ਸੋ ਪਾਰ ਤਰਾਨਥ ਉਤਰ ਜਾਵੇਗਾ। ਜਿਹੜਾ ਵੀ ਜਪੇਗਾ। ਕਹਿੰਦੇ ਅੱਜ ਜਦੋਂ ਤਸਵੀਰ ਵੇਖੀ ਗੁਰੂ ਕਲਗੀਧਰ ਮਹਾਰਾਜ ਜੀ, ਸਵਾਲ ਕੀਤਾ ਸਿੱਖ ਨੇ ਕਿ ਤੁਸੀਂ ਤਸਵੀਰ ਜੋ ਰੱਖੀ ਹੋਈ ਹੈ ਗੁਰੂ ਕਲਗੀਧਰ ਮਹਾਰਾਜ ਜੀਆਂ ਦੀ, ਇਹ ਕਿਉਂ? ਜਿਸ ਤਰ੍ਹਾਂ ਅਸੀਂ ਸਵਾਲ ਕਰਦੇ ਹਾਂ, ਵਾਏ ਇਹ ਕਿਉਂ ਤੁਸੀਂ ਤਸਵੀਰ ਰੱਖੀ ਹੈ ਗੁਰੂ ਕਲਗੀਧਰ ਮਹਾਰਾਜ ਜੀਆਂ ਦੀ? ਤੇ ਉਸ ਮੁਸਲਮਾਨ ਵੀਰ ਨੇ ਬੜਾ ਸੁੰਦਰ ਜਵਾਬ ਦਿੱਤਾ। ਕਹਿੰਦੇ ਗੁਰਸਿੱਖਾ, ਜੇ ਤੂੰ ਮੇਰੇ ਤੇ ਸਵਾਲ ਕੀਤਾ ਤੇ ਮੈਂ ਹੁਣ ਤੈਨੂੰ ਦੱਸਦਾ। ਕਹਿੰਦੇ ਮੇਰੀਆਂ ਦੋਨੋਂ ਲੱਤਾਂ ਕਹਿੰਦੇ ਚੱਲਣ ਤੋਂ ਰਹਿ ਗਈਆਂ ਸਨ। ਮੈਂ ਚੱਲ ਫਿਰ ਨਹੀਂ ਸੀ ਸਕਦਾ। ਮੈਂ ਤੁਰਨ ਫਿਰਨ ਤੋਂ ਅਸਮਰੱਥ ਹੋ ਗਿਆ ਸੀ। ਤੇ ਕਹਿੰਦੇ ਉਸ ਵੇਲੇ ਮੈਨੂੰ ਕਿਸੇ ਨੇ ਦੱਸਿਆ ਕਿ ਹੋਲੇ ਮਹੱਲੇ ਦਾ ਤਿਉਹਾਰ ਆਉਣ ਵਾਲਾ ਹੈ। ਕਹਿੰਦੇ ਇਸ ਦਿਨ ਤੇ ਨਗਰ ਕੀਰਤਨ ਜਦੋਂ ਚੱਲਦਾ ਹੈ, ਉਸ ਵੇਲੇ ਘੋੜੇ ਤਿਆਰ ਕੀਤੇ ਹੁੰਦੇ ਨੇ, ਉਹ ਜਿਹਨਾਂ ਤੇ ਬੜੀਆਂ ਸੁੰਦਰ ਜ਼ੀਨਾਂ ਪਾਈਆਂ ਹੁੰਦੀਆਂ ਨੇ, ਪਰ ਉਹਨਾਂ ਘੋੜਿਆਂ ਦੇ ਵਿੱਚੋਂ ਅਸਵਾਰੀ ਜਿਸ ਘੋੜੇ ਤੇ ਮੇਰੇ ਗੁਰੂ ਕਲਗੀਧਰ ਮਹਾਰਾਜ ਜੀ ਕਰਿਆ ਕਰਦੇ ਸਨ, ਉਹਨਾਂ ਦੀ ਅੰਸ਼ ਬੰਸ ਘੋੜਿਆਂ ਦੇ ਵਿੱਚੋਂ ਇੱਕ ਘੋੜਾ ਤਿਆਰ ਕੀਤਾ ਜਾਂਦਾ ਹੈ, ਜਿਸ ਦੇ ਉੱਪਰ ਬੜੀ ਸੁੰਦਰ ਜ਼ੀਨ ਪੈਂਦੀ ਹੈ, ਰਕਾਬ ਬੜੀ ਸੁੰਦਰ ਪਾਈ ਹੁੰਦੀ ਹੈ। ਤੇ ਉਹ ਘੋੜਾ ਜਦੋਂ ਕਦੇ ਚੱਲਦਾ ਹੈ ਤੇ ਕਹਿੰਦੇ ਉਹਦੇ ਵਿੱਚ ਸਾਖਸ਼ਾਤ ਰੂਪ ਦੇ ਵਿੱਚ ਗੁਰੂ ਕਲਗੀਧਰ ਮਹਾਰਾਜ ਦੀ ਅਸਵਾਰੀ ਹੋਇਆ ਕਰਦੀ ਹੈ, ਜਿਹੜੇ ਆਸਥਾ ਰੱਖਦੇ ਹਨ। ਕਿ ਅੱਜ ਕੋਈ ਸਵਾਲ ਕਰੇਗਾ ਇਹ ਕਿਵੇਂ ਹੋ ਸਕਦਾ? ਪਿਆਰਿਓ, ਇਹ ਸਭ ਕੁਝ ਹੋ ਸਕਦਾ ਹੈ। ਹੁਣ ਕਹਿੰਦੇ ਉਹਦੇ ਮਨ ਦੇ ਵਿੱਚ ਇਹ ਰੀਝ ਆਈ ਕਿ ਜਦੋਂ ਨਗਰ ਕੀਰਤਨ ਜਾਵੇਗਾ, ਮੈਂ ਨਗਰ ਕੀਰਤਨ ਦੇ ਅੱਗੇ ਜਾ ਕੇ ਲੰਮਾ ਪੈ ਜਾਣਾ। ਮਨ ਦੇ ਵਿੱਚ ਆਸਥਾ ਰੱਖ ਕੇ ਕਿ ਮੈਨੂੰ ਗੁਰੂ ਕਲਗੀਧਰ ਮਹਾਰਾਜ ਜੀ ਨੇ ਠੀਕ ਕਰਨਾ ਹੈ, ਉਹ ਬਖਸ਼ਿਸ਼ ਮੇਰੇ ਤੇ ਕਲਗੀਆਂ ਵਾਲੇ ਨੇ ਕਰਨੀ ਹੈ। ਪਹਿਲੇ ਤੇ ਮਨ ਦੇ ਵਿੱਚ ਆਸਥਾ ਲਿਆਉਣੀ ਪਵੇਗੀ, ਦ੍ਰਿੜ ਭਰੋਸਾ ਕਰਨਾ ਪਵੇਗਾ। ਹੁਣ ਕਹਿੰਦੇ ਜਦੋਂ ਪਰਿਵਾਰ ਨੂੰ ਉਸਨੇ ਆਖਿਆ ਕਿ ਨਗਰ ਕੀਰਤਨ ਆਉਣਾ ਹੈ ਤੇ ਨਗਰ ਕੀਰਤਨ ਦੇ ਅੱਗੇ ਮੈਨੂੰ ਲੰਮਾ ਪਾ ਦੇਣਾ, ਉਸ ਰਸਤੇ ਦੇ ਵਿੱਚ ਜਿੱਥੋਂ ਦੀ ਨਗਰ ਕੀਰਤਨ ਲੰਘਣਾ ਹੈ, ਜਿੱਥੋਂ ਦੀ ਉਸ ਘੋੜੇ ਦੀ ਅਸਵਾਰੀ ਜਾਣੀ ਹੈ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਅਸਵਾਰੀ ਜਾਣੀ ਹੈ। ਹੁਣ ਪਰਿਵਾਰ ਨੇ ਇਸੇ ਤਰ੍ਹਾਂ ਕੀਤਾ। ਉਸ ਪ੍ਰੇਮੀ ਨੂੰ ਕਹਿੰਦੇ ਉੱਥੇ ਆ ਕੇ ਰਸਤੇ ਦੇ ਉੱਤੇ ਲਿਟਾ ਦਿੱਤਾ। ਤੇ ਕਹਿੰਦੇ ਜਦੋਂ ਨਗਰ ਕੀਰਤਨ ਚੱਲਿਆ ਨਾ, ਨਗਰ ਕੀਰਤਨ ਆ ਰਿਹਾ ਸੀ ਤੇ ਉਹ ਘੋੜਾ ਜਿਸ ਤੇ ਜੀਨ ਸੁੰਦਰ ਪਾਈ ਹੋਈ ਸੀ, ਬੜੀ ਸੁੰਦਰ ਵਿਛਾਈ ਕੀਤੀ ਹੋਈ ਸੀ, ਔਰ ਸੱਚਮੁੱਚ ਹੀ ਕਹਿੰਦੇ ਘੋੜਾ ਇਸ ਤਰ੍ਹਾਂ ਲਿਫਦਾ ਆ ਰਿਹਾ ਸੀ, ਪਰਸੀਨੋਂ ਪਰਸੀਨੇ ਹੁੰਦਾ ਆ ਰਿਹਾ ਸੀ ਕਿ ਗੁਰੂ ਕਲਗੀਧਰ ਮਹਾਰਾਜ ਜੀ ਇਸ ਤੇ ਅਸਵਾਰੀ ਹੈ। ਜਿਸ ਵੇਲੇ ਉਸ ਪ੍ਰੇਮੀ ਦੇ ਕੋਲ ਇਹ ਘੋੜਾ ਪਹੁੰਚਿਆ ਤੇ ਘੋੜੇ ਨੇ ਪਹਿਲੋਂ ਕਹਿੰਦੇ ਫੁਨਕਾਰ ਜੀ ਮਾਰੀ, ਜਿਸ ਤਰ੍ਹਾਂ ਸਾਹ ਲੈਂਦੇ ਨੇ ਘੋੜੇ, ਪੈਰਾਂ ਵਾਲੇ ਪਾਸਿਓਂ ਕਹਿੰਦੇ ਫੁਨਕਾਰ ਮਾਰੀ। ਉਸ ਪ੍ਰੇਮੀ ਨੇ ਦੱਸਿਆ ਕਿ ਜਦੋਂ ਮੇਰੇ ਇਹ ਹਵਾ ਪਈ ਹੈ ਉਹ ਘੋੜੇ ਦੇ ਫੁਨਕਾਰ ਦੀ, ਤੇ ਕਹਿੰਦੇ ਮੇਰੇ ਲੱਤਾਂ ਦੇ ਵਿੱਚ ਹਰਕਤ ਆਉਣੀ ਸ਼ੁਰੂ ਹੋ ਗਈ, ਖੂਨ ਚੱਲਣਾ ਸ਼ੁਰੂ ਹੋ ਗਿਆ। ਥੋੜ੍ਹੀ ਦੇਰ ਵਿੱਚ ਕਹਿੰਦੇ ਮੈਂ ਕੀ ਤੱਕਿਆ ਹੈ ਕਿ ਮੇਰਾ ਸਾਰਾ ਸਰੀਰ ਹਲਕਾ, ਕਹਿੰਦੇ ਅਸਵਾਰੀ ਅੱਗੇ ਚਲੇ ਗਈ। ਉਹ ਘੋੜਾ ਅੱਗੇ ਚਲਿਆ ਗਿਆ
ਤੇ ਕਹਿੰਦੇ ਮੈਂ ਚੱਲਣ ਫਿਰਨ ਦੇ ਸਮਰੱਥ ਹੋ ਗਿਆ। ਇਹ ਬਖਸ਼ਿਸ਼ ਕਹਿੰਦੇ ਮੇਰੇ ਤੇ ਗੁਰੂ ਕਲਗੀਧਰ ਮਹਾਰਾਜ ਨੇ ਕੀਤੀ। ਪਿਆਰਿਆ ਦੱਸ ਹੁਣ ਮੈਂ ਕਿਸ ਨੂੰ ਮੰਨਾਂ? ਮੇਰਾ ਤੇ ਅੱਲਾ ਇਹੋ ਹੀ ਹੈ, ਮੇਰਾ ਰਹੀਮ ਇਹੋ ਹੀ ਹੈ, ਮੇਰਾ ਸਾਰਾ ਕੁਝ ਇਹੋ ਹੀ ਹੈ। ਮੈਂ ਤੇ ਹੋਰ ਕਿਸੇ ਨੂੰ ਨਹੀਂ ਮੰਨਦਾ। ਮੈਂ ਕੇਵਲ ਤੇ ਕੇਵਲ ਗੁਰੂ ਕਲਗੀਧਰ ਮਹਾਰਾਜ ਜੀ ਨੂੰ ਮੰਨਦਾ, ਹੋਰ ਮੈਂ ਕਿਸੇ ਨੂੰ ਨਹੀਂ ਮੰਨਦਾ। ਪਿਆਰਿਓ, ਭਾਵੇਂ ਵਾਹਿਗੁਰੂ ਕਹਿ ਲਓ, ਭਾਵੇਂ ਰਾਮ ਕਹਿ ਲਓ, ਭਾਵੇਂ ਅੱਲਾ ਕਹਿ ਲਓ, ਕੋਈ ਭੇਦ ਨਹੀਂ ਆ। ਪਰ ਨਿਸ਼ਚਾ ਹੋਵੇ, ਜਦੋਂ ਸਾਡਾ ਨਿਸ਼ਚਾ ਬਣ ਜਾਂਦਾ ਹੈ ਨਾ, ਨਿਸ਼ਚਾ ਬਣ ਜਾਵੇ ਤੇ ਕੋਈ ਗੱਲ ਐਸੀ ਨਹੀਂ ਜਿਹੜੀ ਪੂਰੀ ਨਾ ਹੋਵੇ। ਗੁਰ ਪੂਰਾ ਭੇਟਿਓ ਵਡਭਾਗੀ ਮਨਹਿ ਭਇਆ ਪ੍ਰਗਾਸਾ। ਜਦੋਂ ਗੁਰੂ ਦੇ ਦਰਸ਼ਨ ਹੋ ਗਏ, ਹੁਣ ਚਾਨਣ ਹੋ ਜਾਂਦਾ ਹੈ। ਕੋਈ ਨਾ ਪਹੁੰਚਨ ਹਾਰਾ ਦੂਜਾ ਆਪਣੇ ਸਾਹਿਬ ਕਾ ਪ੍ਰਵਾਸਾ। ਮੇਰੇ ਸਤਿਗੁਰੂ ਵਰਗਾ ਦੂਸਰਾ ਕੋਈ ਨਹੀਂ ਆ। ਇਹ ਪ੍ਰਵਾਸਾ ਬਣ ਗਿਆ, ਇਹ ਨਿਸ਼ਚਾ ਬਣ ਗਿਆ। ਹੁਣ ਪਿਆਰਿਓ, ਆਇਆ ਤੇ ਸੈਦ ਖਾਨ ਗੁਰੂ ਕਲਗੀਧਰ ਮਹਾਰਾਜ ਜੀ ਦੇ ਨਾਲ ਜੰਗ ਕਰਨ ਵਾਸਤੇ ਸੀ। ਗੁਰੂ ਕਲਗੀਆਂ ਵਾਲੇ ਦੇ ਨਾਲ ਜੰਗ ਕਰਨ ਵਾਸਤੇ ਆਇਆ ਸੀ, ਕਿਉਂਕਿ ਔਰੰਗਜ਼ੇਬ ਦੇ ਦਰਬਾਰ ਦੇ ਵਿੱਚ ਇਸਨੇ ਇਹ ਬੀੜਾ ਚੁੱਕਿਆ ਸੀ ਕਿ ਮੈਂ ਗੁਰੂ ਕਲਗੀਧਰ ਮਹਾਰਾਜ ਜੀ ਨੂੰ ਬੰਨ੍ਹ ਕੇ ਲੈ ਕੇ ਆਵਾਂਗਾ। ਤੇ ਜਦੋਂ ਜਾ ਰਿਹਾ ਸੀ, ਭੈਣ ਨੇ ਬਹੁਤ ਸਮਝਾਇਆ, ਵੀਰਾ ਜਮ ਜਮ ਕੇ ਜਾ, ਵਾਰ ਵਾਰ ਰਾਹ। ਗੁਰੂ ਕਲਗੀਧਰ ਮਹਾਰਾਜ ਜੀ ਦੇ ਦਰਬਾਰ ਦੇ ਵਿੱਚ ਨਮਸਤਕ ਹੋ ਕੇ, ਸਿਜਦਾ ਕਰਕੇ, ਪਰ ਜਿਸ ਤਰੀਕੇ ਦੇ ਨਾਲ ਤੂੰ ਜਾ ਰਿਹਾ, ਇਸ ਤਰੀਕੇ ਦੇ ਨਾਲ ਨਾ ਜਾ। ਤੇ ਭੈਣ ਨੂੰ ਸੈਦ ਖਾਂ ਕਹਿੰਦਾ, ਮੈਂ ਤੇਰੇ ਕੋਲੋਂ ਆਸ਼ੀਰਵਾਦ ਲੈਣ ਵਾਸਤੇ ਆਇਆ ਸੀ। ਤੂੰ ਤੇ ਕਹਿੰਦੇ ਆਪਣੇ ਚਾਰੇ ਬੱਚੇ ਕਹਿੰਦੇ ਮਰਵਾ ਦਿੱਤੇ, ਤੈਨੂੰ ਪਤਾ ਕੋਈ ਨਹੀਂ ਲੱਗਦਾ। ਕਹਿੰਦੀ, ਵੀਰਾ ਮੈਨੂੰ ਵੀ ਇਸ ਗੱਲ ਦਾ ਪਤਾ ਕੋਈ ਨਹੀਂ ਸੀ ਪਹਿਲੋਂ। ਜਦੋਂ ਦਾ ਮੈਨੂੰ ਪਤਾ ਲੱਗਾ ਨਾ, ਮੈਂ ਤੇ ਗੁਰੂ ਦੇ ਦਰ ਤੋਂ ਇੱਕ ਛਿਨ ਵੀ ਵੱਖ ਨਹੀਂ ਹੋ ਸਕਦੀ। ਐ ਮੇਰੇ ਵੀਰ, ਹਾਂ ਜਾ ਤੂੰ ਗੁਰੂ ਕਲਗੀਧਰ ਮਹਾਰਾਜ ਜੀ ਦੇ ਦਰਬਾਰ ਦੇ ਵਿੱਚ ਜਾ, ਪਰ ਜਿਸ ਤਰੀਕੇ ਦੇ ਨਾਲ ਤੂੰ ਜਾ ਰਿਹਾ ਨਾ, ਇਸ ਤਰੀਕੇ ਦੇ ਨਾਲ ਨਾ ਜਾ। ਤੇ ਝਿੜਕ ਕੇ ਹਟਾ ਦਿੱਤਾ ਭੈਣ ਨੂੰ। ਇਹ ਨਸੀਰਾਂ ਉਹ ਸੀ ਪਿਆਰਿਓ, ਪੀਰ ਬੋਧੂ ਸ਼ਾਹ ਦੇ ਘਰ ਵਾਲੀ, ਜਿਸ ਨੇ 2 ਪੁੱਤਰ ਜਦੋਂ ਭੰਗਾਣੀ ਦੇ ਯੁੱਧ ਦੇ ਵਿੱਚ ਸ਼ਹੀਦ ਹੋ ਗਏ ਨੇ, ਤੇ ਇਹ ਗੱਲ ਆਖੀ ਨਸੀਰਾਂ ਨੇ ਆਪਣੇ ਘਰ ਵਾਲੇ ਪੀਰ ਬੋਧੂ ਸ਼ਾਹ ਨੂੰ ਕਿ ਤੁਹਾਨੂੰ ਕੀ ਦਿੱਤਾ ਗੁਰੂ ਕਲਗੀਆਂ ਵਾਲੇ ਨੇ। ਪਰ ਪੀਰ ਬੋਧੂ ਸ਼ਾਹ ਨੂੰ ਕੀ ਦਿੱਤਾ ਸੀ? ਇੱਕ ਜੋ ਕੰਘਾ ਕਰ ਰਹੇ ਸੀ ਨੇ ਗੁਰੂ ਕਲਗੀਧਰ ਮਹਾਰਾਜ ਜੀ, ਉਹ ਕੇਸ ਕੰਘਾ ਸਮੇਤ ਕੁਝ ਵਸਤਰ ਤੇ 5000 ਰੁਪਈਆ ਵੀ ਉਸ ਸਮੇਂ ਦੇ ਵਿੱਚ, ਤੇਗ ਵੀ। ਹੁਣ ਨਸੀਰਾਂ ਨੂੰ ਇਸ ਗੱਲ ਦੀ ਸਮਝ ਕੋਈ ਨਹੀਂ ਸੀ। ਆਖਣ ਲੱਗੀ, ਤੁਸੀਂ ਮੇਰੇ 2 ਪੁੱਤਰ ਮਰਵਾ ਆਏ ਹੋ। ਉਸ ਵੇਲੇ ਪੀਰ ਜੀ ਨੇ ਉਸ ਮਾਲਕ ਦੇ ਚਰਨਾਂ ਦੇ ਵਿੱਚ, ਗੁਰੂ ਕਲਗੀਆਂ ਵਾਲੇ ਦੇ ਚਰਨਾਂ ਦੇ ਵਿੱਚ ਦੁਆ ਕੀਤੀ, ਐ ਕਲਗੀਧਰ ਮਹਾਰਾਜ, ਇਸ ਨੂੰ ਪਤਾ ਕੋਈ ਨਹੀਂ, ਇਹ ਰਹਿਮਤ ਇਸ ਦੀ ਝੋਲੀ ਵਿੱਚ ਵੀ ਪਾ ਦੇਵੇ, ਇਸ ਨੂੰ ਪਤਾ ਲੱਗ ਜਾਵੇ ਤੁਹਾਡੀ ਅਜ਼ਮਤ ਬਾਰੇ। ਕਹਿੰਦੇ ਉਹੀਓ ਕੰਘਾ ਤੇ ਉਹ ਕੇਸ ਜਿਸ ਵੇਲੇ ਨਸੀਰਾਂ ਦੀ ਝੋਲੀ ਵਿੱਚ ਪਾਏ ਨੇ, ਤੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਅਰਦਾਸ ਕੀਤੀ ਹੈ ਪੀਰ ਜੀ ਨੇ, ਨਸੀਰਾਂ ਨੂੰ ਆਖਿਆ ਕਿ ਅੱਖਾਂ ਮੀਟ ਲੈ। ਤੇ ਕੀ ਤੱਕ ਰਹੀ ਹੈ ਨਸੀਰਾਂ ਕਿ ਮੇਰੇ ਪੁੱਤਰ ਜਿਹੜੇ ਜੰਗ ਦੇ ਵਿੱਚ, ਜਿਨ੍ਹਾਂ ਨੂੰ ਕਹਿੰਦੇ ਸੀ ਇਹ ਮਾਰ ਆਏ ਹੋ ਤੁਸੀਂ, ਉਹ ਸ਼ਹੀਦ ਹੋਏ ਨੇ। ਉਹ ਕਹਿੰਦੇ ਗੁਰੂ ਕਲਗੀਧਰ ਮਹਾਰਾਜ ਦੇ ਚਬਰ ਕਰ ਰਹੇ ਨੇ। ਤੇ ਕਹਿੰਦੇ ਆਹ ਜਿਹੜੇ 2 ਪੁੱਤਰ ਨੇ ਨਾ, ਮੈਂ ਕਹਿੰਦੀ ਆ ਇਹਨਾਂ ਨੂੰ ਵੀ ਹੁਣ ਜੰਗ ਦੇ ਵਿੱਚ ਸ਼ਹੀਦ ਕਰਵਾ ਦਿਓ। 4 ਪੁੱਤਰ ਸ਼ਹੀਦ ਕਰਵਾਏ। ਹੁਣ ਨਸੀਰਾਂ ਵਾਰ-ਵਾਰ ਕਹਿੰਦੀ ਹੈ ਸੈਦ ਖਾਨ ਨੂੰ ਕਿ ਵੀਰਾ ਇੱਦਾਂ ਨਾ ਜਾ, ਪਰ ਮੰਨਦਾ ਕੋਈ ਨਹੀਂ। ਜਿਸ ਵੇਲੇ ਗੁਰੂ ਕਲਗੀਧਰ ਮਹਾਰਾਜ ਜੀਆਂ ਦੇ ਸਾਹਮਣੇ ਆ ਕਰਕੇ ਹੋਇਆ ਨਾ, ਤੇ ਮੇਰੇ ਕਲਗੀਧਰ ਮਹਾਰਾਜ ਫੇਰ ਦਸ਼ਮੇਸ਼ ਪਿਤਾ ਨਿੰਮੇ ਨਿੰਮੇ ਆਸ ਬੋਲੇ, ਸੈਦ ਖਾਨ ਉੱਠ ਜਰਾ ਸਾਂਭ ਲੈ ਕਮਾਨ ਭਾਈ।
ਕਿਸੇ ਦਾ ਗੁਲਾਮ ਹੋਣਾ ਸੂਰਮਾ ਨਾ ਜਾਣਦਾ ਏ, ਜਦ ਤੱਕ ਹੋਣ ਵਿੱਚ ਦੇਹੀ ਦੇ ਪ੍ਰਾਣ ਪਈ। ਤੇਗ ਅਗਜਮਾ ਲੈ, ਉੱਠ ਮੇਰੇ ਉੱਤੇ ਵਾਰ ਕਰ, ਏਡੀ ਛੇਤੀ ਹੌਸਲਾ ਨਾ ਹਾਰਦੇ ਜਵਾਨ ਪਈ। ਐ ਸ਼ੈਦ ਖਾਨ, ਤੂੰ ਤਾਂ ਮੇਰੇ ਨਾਲ ਜੰਗ ਕਰਨ ਵਾਸਤੇ ਆਇਆ, ਤੀਰ ਅਜ਼ਮਾਲਾ, ਤੇਗ ਨੂੰ ਅਜ਼ਮਾਲਾ। ਤੇ ਪਤਾ ਕੀ ਅੱਗੋਂ ਆਖਿਆ ਜਦੋਂ ਗੁਰੂ ਦਾ ਹੋ ਗਿਆ, ਜਦੋਂ ਦਰਸ਼ਨ ਹੋਏ ਗੁਰੂ ਦੇ ਦਰਸ਼ਨਾਂ ਦੀ ਗੱਲ ਕੀਤੀ ਜਾ ਰਹੀ ਹੈ। ਜਦੋਂ ਗੁਰੂ ਦੇ ਦਰਸ਼ਨ ਹੋਏ ਸਾਹਮਣੇ ਪ੍ਰਤੱਖ ਰੂਪ ਦੇ ਵਿੱਚ, ਪਿਆਰਿਓ, ਕਾਇਆ ਕਲਪ ਹੋ ਜਾਂਦੀ ਹੈ, ਕਾਇਆ ਪਲਟੀ ਜਾਂਦੀ ਹੈ। ਗੁਰੂ ਦੇ ਦਰਸ਼ਨ ਹੋਏ, ਆਖਣ ਲੱਗਾ, ਰੋ ਕੇ ਬੋਲਿਆ ਤੇ ਆਂਸੂ ਡੁੱਲ ਗਈਆਂ। ਕੋਈ ਰਿਹਾ ਨਾ ਤਾਣ ਤੇ ਮਾਣ ਮੇਰਾ, ਉਹ ਤਾਕਤ ਰਹੀ ਨਾ ਤੇਗ ਨੂੰ ਚੁੱਕਣੇ ਦੀ। ਹੱਥੋਂ ਡਿੱਗ ਪਿਆ ਤੀਰ ਕਮਾਨ ਮੇਰਾ, ਹੈ ਸਾਂ ਭਲੇ ਪਰ ਤੇਰੀਆਂ ਅੱਖੀਆਂ ਨੇ ਦਿਲ ਮੋਹ ਲਿਆ ਵਿੱਚ ਮੈਦਾਨ ਮੇਰਾ। ਦੱਸ ਕਰਾਂ ਕਿ ਕਸਮ ਕੁਰਾਨ ਦੀ ਨੂੰ, ਤੂੰ ਏ ਦੀਨ ਤੇ ਤੂੰ ਏ ਈਮਾਨ ਮੇਰਾ। ਮੈਨੂੰ ਦੱਸ ਐ ਮੇਰੇ ਕਲਗੀਧਰ ਮਹਾਰਾਜ, ਮੈਨੂੰ ਦੱਸ ਮੈਂ ਕੀ ਕਰਾਂ, ਮੇਰਾ ਤੇ ਦੀਨ ਈਮਾਨ ਹੀ ਤੂੰ ਹੈ। ਹੁਣ ਅੱਖਾਂ ਦੇ ਵਿੱਚ ਹੰਝੂ ਜਿਸ ਵੇਲੇ ਵੇਖੇ ਤੇ ਮੇਰੇ ਗੁਰੂ ਕਲਗੀਧਰ ਮਹਾਰਾਜ ਜੀ ਨੇ ਆਪਣੀ ਗਲਵਕੜੀ ਵਿੱਚ ਲੈ ਲਿਆ ਤੇ ਗੱਲ ਇਹ ਆਖੀ, ਤੂੰ ਸਾਡਾ ਭਾਈ ਹੈ ਸੈਦ ਖਾਨ, ਤੂੰ ਸਾਡਾ ਭਾਈ। ਤੇ ਸੈਦ ਖਾਨ ਕਹਿੰਦੇ ਪੀਰ ਬਣ ਗਿਆ, ਉਹ ਸਜਦਾ ਪੀਰ ਬਣ ਗਿਆ, ਅੱਲਾ ਦੀ ਬੰਦਗੀ ਦੇ ਵਿੱਚ ਲੱਗ ਗਿਆ। ਐਸੇ ਦਰਸ਼ਨ ਹੋਏ। ਜਦੋਂ ਗੁਰੂ ਦੇ ਦਰਸ਼ਨ ਹੁੰਦੇ ਨੇ ਨਾ ਪਿਆਰਿਓ, ਦਰਸ਼ਨ ਦੇਖ, ਭਾਈ ਗੁਰਦਾਸ ਜੀ ਕਹਿੰਦੇ ਨੇ, ਸ਼ੁੱਧ ਕੀ ਨਾ ਸ਼ੁੱਧ ਰਹੀ, ਸੈਦ ਖਾਨ ਵੱਲ ਤੱਕੋ, ਬੁੱਧ ਕੀ ਨਾ ਬੁੱਧ ਰਹੀ, ਸ਼ੁੱਧ ਚਲੀ ਗਈ ਹੈ, ਬੁੱਧੀ ਕੋਈ ਨਹੀਂ ਕੰਮ ਕਰ ਰਹੀ, ਮਤ ਮੈਨੇ ਮਤ ਹੈ। ਹੁਣ ਤੇ ਗੁਰੂ ਹੀ ਦਿਖਾਈ ਦਿੰਦਾ, ਔਰ ਸਾਹਮਣੇ ਹੋਰ ਕੁਝ ਵੀ ਨਹੀਂ ਦਿਖਾਈ ਦਿੰਦਾ। ਨਾ ਕੋ ਦੁਸ਼ਮਨ ਦੋਖੀਆ, ਨਾ ਹੀ ਕੋ ਮੰਦਾ। ਹੁਣ ਤੇ ਦੂਸਰਾ ਕੋਈ ਦਿਖਾਈ ਨਹੀਂ ਦੇ ਰਿਹਾ, ਨਾ ਕੋ ਬੈਰੀ ਨਾ ਹੀ ਬੇਗਾਨਾ, ਸਗਲ ਸੰਗ ਹਮ ਕਉ ਬਨ ਆਈ। ਕੋਈ ਦੂਸਰਾ ਦਿਖਾਈ ਨਹੀਂ ਦਿੰਦਾ। ਬਿਸਰ ਗਈ ਸਭ ਤਾਤ ਪਰਾਈ, ਜਬ ਤੇ ਸਾਧ ਸੰਗਤ ਮੋਹਿ ਪਾਈ। ਨਾ ਕੋ ਵੈਰੀ ਨਾ ਹੀ ਬੇਗਾਨਾ, ਸਗਲ ਸੰਗ ਹਮ ਕਉ ਬਨ ਆਈ। ਸਭ ਮੈਂ ਰਵ ਰਹਿਆ ਪ੍ਰਭ ਏਕੈ, ਪੇਖ ਪੇਖ ਨਾਨਕ ਬਿਗਸਾਈ। ਹੁਣ ਦੂਸਰਾ ਕੋਈ ਨਹੀਂ ਦਿਖਾਈ ਦਿੰਦਾ। ਪੰਚਮ ਗੁਰਦੇਵ ਬਖਸ਼ਿਸ਼ ਕਰ ਰਹੇ ਨੇ, ਰਹਿਮਤ ਕਰ ਗਏ। ਸੋਠ ਮਹੱਲਾ ਪੰਜਵਾਂ। ਗੁਰ ਪੂਰਾ ਭੇਟਿਓ ਵਡਭਾਗੀ, ਮਨਹਿ ਪਿਆ ਪ੍ਰਗਾਸਾ। ਹੁਣ ਚਾਨਣ ਹੋ ਗਿਆ, ਅਗਿਆਨਤਾ ਦਾ ਅੰਧੇਰਾ ਜਿਹੜਾ ਸੀ ਉਹ ਖਤਮ ਹੋ ਗਿਆ। ਕੋਏ ਨਾ ਪਹੁੰਚਨ ਹਾਰਾ ਦੂਜਾ, ਆਪਣੇ ਸਾਹਿਬ ਕਾ ਪ੍ਰਵਾਸਾ। ਮੇਰੇ ਸਤਿਗੁਰੂ ਵਰਗਾ ਦੂਸਰਾ ਕੋਈ ਨਹੀਂ। ਹੁਣ ਭਰੋਸਾ ਹੋ ਗਿਆ ਉਸ ਮਾਲਕ ਤੇ। ਆਪਣੇ ਸਤਿਗੁਰ ਕੈ ਬਲਿਹਾਰੈ, ਆਗੈ ਸੁਖ ਪਾਸ਼ੇ ਸੁਖ ਸਹਿਜਾ, ਘਰ ਆਨੰਦ ਹਮਾਰੈ। ਮੈਂ ਆਪਣੇ ਸਤਿਗੁਰੂ ਤੋਂ ਵਾਰਨੇ ਜਾਂਦਾ ਹਾਂ, ਸਦਕੇ ਜਾਂਦਾ ਹਾਂ, ਬਲਿਹਾਰਨੇ ਜਾਂਦਾ ਹਾਂ। ਉਹਨੇ ਇਸ ਲੋਕ ਦੇ ਵਿੱਚ ਵੀ ਤੇ ਪਰਲੋਕ ਦੇ ਵਿੱਚ ਹੀ ਸੁੱਖ ਸਾਰੇ ਪਾਸੇ ਕਰ ਦਿੱਤੇ। ਦੁੱਖਾਂ ਦੀ ਥਾਂ ਕੋਈ ਨਹੀਂ ਰਹਿਣ ਦਿੱਤੀ, ਦੁੱਖ ਸਾਰੇ ਹੀ ਖਤਮ ਹੋ ਗਏ। ਆ ਗਏ ਸੁਖ, ਇਹ ਲੋਕ ਵਿੱਚ ਵੀ ਤੇ ਪਰਲੋਕ ਦੇ ਵਿੱਚ ਵੀ ਆ ਗਏ ਸੁਖ ਪਾਸ਼ੇ ਸੁਖ ਸਹਿਜਾ, ਘਰ ਆਨੰਦ ਹਮਾਰੇ। ਸदैव ਕਾਲ ਵਾਸਤੇ ਆਨੰਦ ਬਣ ਗਿਆ, ਦੁੱਖ ਸਾਰੇ ਹੀ ਮਿਟ ਗਏ ਨੇ। ਰਹਾਉ ਅੰਤਰਜਾਮੀ ਕਰਨੇ ਹਾਰਾ, ਸੋਈ ਖਸਮ ਹਮਾਰਾ। ਅੰਤਰਜਾਮੀ ਉਸ ਨੂੰ ਕਹਿ ਦਿੰਦੇ ਜਿਹੜਾ ਦਿਲ ਦੀਆਂ ਜਾਣਨ ਵਾਲਾ ਹੋਵੇ। ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਨਤ। ਮੇਰਾ ਸਤਿਗੁਰੂ ਸਾਡੇ ਦਿਲ ਦੀਆਂ ਜਾਣਦਾ ਹੈ। ਅਸੀਂ ਅਰਦਾਸਾਂ ਕਰਦੇ ਹਾਂ, ਜੋਦੜੀਆਂ ਕਰਦੇ ਹਾਂ ਪਿਆਰਿਓ, ਜਦੋਂ ਘਰ ਤੋਂ ਤੁਰਦੇ ਹਾਂ ਮੇਰਾ ਅੰਤਰਜਾਮੀ ਸਤਿਗੁਰੂ ਉਦੋਂ ਹੀ ਜਾਣ ਲੈਂਦਾ ਮੇਰੇ ਸਿੱਖ ਨੂੰ ਕੀ ਚਾਹੀਦਾ ਹੈ, ਮੇਰਾ ਸਿੱਖ ਕਿਸ ਵਾਸਤੇ ਜੋਦੜੀਆਂ ਕਰ ਰਿਹਾ, ਅਰਜ਼ੀਆਂ ਕਰ ਰਿਹਾ। ਜਦੋਂ ਘਰ ਤੋਂ ਤੁਰਦਾ ਹੈ ਉਦੋਂ ਹੀ ਪਤਾ ਲੱਗ ਜਾਂਦਾ ਹੈ। ਅੰਤਰਜਾਮੀ ਕਰਨੇ ਹਾਰਾ, ਪੈਦਾ ਕਰਨ ਵਾਲਾ, ਸਾਰਿਆਂ ਨੂੰ ਸਾਰਾ ਕੁਝ ਕਰਨ ਵਾਲਾ, ਸਾਰੀ ਸ੍ਰਿਸ਼ਟੀ ਨੂੰ ਬਣਾਉਣ ਵਾਲਾ, ਸੋਈ ਖਸਮ ਹਮਾਰਾ, ਉਹ ਸਾਡਾ ਖਸਮ ਹੈ। ਨਿਰਭਉ ਪਏ ਗੁਰ ਚਰਣੀ ਲਾਗੇ, ਇਕ ਰਾਮ ਨਾਮ ਆਧਾਰਾ। ਨਿਰਭਉ ਜਪੈ ਸਗਲ ਭਉ ਮਿਟੈ, ਪ੍ਰਭ ਕਿਰਪਾ ਤੇ ਪ੍ਰਾਣੀ ਛੁਟੈ।
ਜਦੋਂ ਅਸੀਂ ਨਿਰਭਉ ਦੇ ਨਾਲ ਜੁੜ ਜਾਂਦੇ ਹਾਂ ਫਿਰ ਨਿਰਭਉ ਹੋ ਜਾਂਦੇ ਹਾਂ। ਜਦੋਂ ਨਿਰਵੈਰ ਦੇ ਨਾਲ ਜੁੜ ਜਾਂਦੇ ਹਾਂ ਨਿਰਵੈਰ ਹੋ ਜਾਂਦੇ ਹਾਂ। ਨਿਰਭਉ ਭਏ ਗੁਰ ਚਰਣੀ ਲਾਗੇ, ਇੱਕ ਰਾਮ ਨਾਮ ਆਧਾਰਾ। ਹੁਣ ਨਿਰਭਉ ਹੋ ਗਏ ਜਦੋਂ ਨਿਰਭਉ ਦੇ ਨਾਲ ਜੁੜ ਗਏ। ਇੱਕ ਰਾਮ ਨਾਮ ਆਧਾਰਾ, ਉਸ ਪਰਮੇਸ਼ਰ ਦੇ ਨਾਮ ਦਾ ਆਸਰਾ ਹੋ ਗਿਆ। ਤਾਤੀ ਵਾਓ ਨਾ ਲਾਗਈ, ਕਦੋਂ ਪਾਰ ਬ੍ਰਹਮ ਸ਼ਰਣਾਈ। ਚੌਗਿਰਦ ਹਮਾਰੀ ਰਾਮਕਾਰ, ਦੁਖ ਲੱਗੇ ਨਾ ਭਾਈ। ਸਤਿਗੁਰ ਪੂਰਾ ਭੇਟਿਆ ਦਿਨ ਬਣਤ ਬਣਾਈ। ਰਾਮ ਨਾਮ ਔਖਦ ਦੀ ਆ ਕਿਹੜੀ ਦਵਾਈ ਬਖਸ਼ਿਸ਼ ਕੀਤੀ? ਉਸ ਵਾਹਿਗੁਰੂ ਨੇ ਰਾਮ ਦੇ ਨਾਮ ਦੀ, ਵਾਹਿਗੁਰੂ ਦੇ ਨਾਮ ਦੀ, ਰਾਮ ਨਾਮ ਔਖਦ ਦੀਆ ਉਹ ਦਵਾਈ ਬਖਸ਼ਿਸ਼ ਕਰ ਦਿੱਤੀ। ਏਕਾ ਲਿਵਲਾਈ ਰਾਖ ਲਿਆ ਤਿਨ ਰਖਣ ਹਾਰ, ਸਭ ਵਿਆਧ ਮਿਟਾਈ। ਤੇ ਸਾਰੀਆਂ ਆਦੀਆਂ ਵਿਆਧੀਆਂ ਉਪਾਧੀਆਂ ਉਹ ਸਾਰੀਆਂ ਹੀ ਖਤਮ ਕਰ ਦਿੱਤੀਆਂ। ਨਿਰਭਉ ਪਏ ਗੁਰ ਚਰਣੀ ਲਾਗੇ, ਕਦੋਂ ਇੱਕ ਰਾਮ ਨਾਮ ਆਧਾਰਾ। ਜਦੋਂ ਪਰਮੇਸ਼ਰ ਦੇ ਨਾਮ ਦਾ ਆਸਰਾ ਲੈ ਲਿਆ। ਜਿਤਨੀ ਦੇਰ ਤੱਕ ਦੁਨੀਆ ਦੇ ਆਸਰੇ ਲਏ ਸੀ ਨਾ, ਭਉ ਬਣਿਆ ਹੀ ਰਿਹਾ। ਹੁਣ ਨਿਰਭਉ ਤੇ ਹਰਣਾਕਸ਼ ਵੀ ਹੋ ਗਿਆ ਸੀ। ਆਪਣੇ ਆਪ ਨੂੰ ਕਹਿੰਦਾ ਸੀ ਕਿ ਮੈਂ ਨਿਰਭਉ ਹਾਂ, ਪਰ ਉਸ ਨੂੰ ਵੀ ਕੋਈ ਭੈ ਦੇਣ ਵਾਲਾ ਸੀ ਜਿਹੜਾ ਨਿਰਭਉ ਹੈ। ਆਪਣੇ ਆਪ ਦੇ ਵਿੱਚ ਤੇ ਭਾਵੇਂ ਉਹ ਕਹਿੰਦਾ ਸੀ ਕਿ ਮੈਨੂੰ ਕਿਸੇ ਦਾ ਡਰ ਕੋਈ ਨਹੀਂ, ਮੈਂ ਸਾਰੇ ਵਰ ਲਏ ਹੋਏ ਨੇ, ਮੈਨੂੰ ਕੋਈ ਮਾਰ ਨਹੀਂ ਸਕਦਾ। ਨਾ ਦਿਨੇ ਮਾਰ ਸਕਦਾ ਹੈ, ਨਾ ਕੋਈ ਰਾਤ ਮਾਰ ਸਕਦਾ, ਨਾ ਕੋਈ ਧੁੱਪੇ ਮਾਰ ਸਕਦਾ, ਨਾ ਕੋਈ ਛਾਵੇਂ ਮਾਰ ਸਕਦਾ, ਨਾ ਧਰਤੀ ਤੇ ਨਾ ਪਾਣੀ ਵਿੱਚ। ਤੇ ਜਦੋਂ ਪਰਮੇਸ਼ਰ ਨੇ ਵਿਧੀ ਬਣਾਈ ਨਾ, ਰੱਖ ਲਿਆ ਆਪਣਿਆਂ ਪੱਟਾਂ ਦੇ ਉੱਤੇ, ਆਖਣ ਲੱਗੇ ਯਾਦ ਕਰ ਹੁਣ ਜਿਹੜੇ ਤੂੰ ਵਰ ਲਏ ਸੀ ਨਾ। ਚਲਾਕ ਤੇ ਤੂੰ ਵੀ ਕਹਿੰਦੇ ਬਹੁਤ ਸੀ, ਵਰ ਤੇ ਸਾਰੇ ਲਾ ਲਏ ਕਿ ਮਰਾਂ ਕੋਈ ਨਾ, ਪਰ ਹੁਣ ਯਾਦ ਕਰ ਨਾ ਦਿਨ ਹੈ ਨਾ ਰਾਤ ਹੈ, ਸ਼ੋਦਰ ਦਾ ਟਾਈਮ ਹੈ, ਨਾ ਇੱਥੇ ਧੁੱਪ ਹੈ, ਨਾ ਇੱਥੇ ਛਾਂ, ਨਾ ਇੱਥੇ ਪਾਣੀ ਹੈ। ਤੇ ਨਾਖੂਨਾਂ ਦੇ ਨਾਲ ਪੇਟ ਪਾੜ ਕੇ ਰੱਖ ਦਿੱਤਾ। ਨਿਰਭਉ ਪਏ ਗੁਰ ਚਰਣੀ ਲਾਗੇ, ਇੱਕ ਰਾਮ ਨਾਮ ਆਧਾਰਾ। ਜਦੋਂ ਉਸ ਮਾਲਕ ਦੇ ਨਾਮ ਦਾ ਆਸਰਾ ਲੈ ਲਿਆ ਉਦੋਂ ਨਿਰਭਉ ਹੋ ਗਿਆ। ਸਫਲ ਦਰਸ਼ਨ ਆਕਾਲ ਮੂਰਤ ਪ੍ਰਭ ਹੈ ਪੀ ਹੋਮਨਹਾਰਾ। ਸਫਲ ਦਰਸ਼ਨ ਉਹ ਹੈ ਜਿਸ ਦੇ ਦਰਸ਼ਨ ਕਰਨ ਦੇ ਨਾਲ ਪਹਿਲੀ ਤੇ ਗੱਲ ਸਾਨੂੰ ਮਨੁੱਖਾ ਜਨਮ ਪ੍ਰਾਪਤ ਹੋਇਆ। ਸਭ ਤੋਂ ਵੱਡੀ ਅਮੋਲਕ ਦਾਤ ਇਹ ਹੈ ਕਿ ਸਾਰੀਆਂ ਦਾਤਾਂ ਮਿਲ ਜਾਂਦੀਆਂ ਜਿਸ ਦੇ ਦਰਸ਼ਨ ਕਰਨ ਦੇ ਨਾਲ। ਜਿਸ ਦੇ ਦਰਸ਼ਨ ਕਰਨ ਦੇ ਨਾਲ ਹੀ ਸਾਰੀਆਂ ਬਖਸ਼ਿਸ਼ਾਂ ਪ੍ਰਾਪਤ ਹੋ ਜਾਂਦੀਆਂ ਨੇ। ਅਸੀਂ ਜਦੋਂ ਸਤਿਗੁਰੂ ਦੇ ਦਰਸ਼ਨ ਆ ਕਰਕੇ ਕਰਦੇ ਹਾਂ, ਪਹਿਲੇ ਤੇ ਮਨ ਸ਼ਾਂਤ ਹੋ ਜਾਂਦਾ ਹੈ, ਠੰਡਕ ਪੈ ਜਾਂਦੀ ਹੈ, ਹਿਰਦਾ ਸ਼ਾਂਤ ਹੋ ਜਾਂਦਾ ਹੈ। ਕਿਤਨਾ ਵੀ ਦੁਖੀ ਮਨੁੱਖ ਕਿਉਂ ਨਾ ਹੋਵੇ, ਜਦੋਂ ਸਤਿਗੁਰੂ ਦੇ ਦਰ ਤੇ ਆਉਂਦਾ ਹੈ ਨਾ, ਸਤਿਗੁਰੂ ਦੇ ਦਰਸ਼ਨ ਕਰਦਾ ਹੈ ਨਾ, ਤੇ ਸਾਰੇ ਦੁੱਖਾਂ ਦੀ ਨਿਵਰਤੀ ਹੋ ਜਾਂਦੀ ਹੈ। ਸੁੱਖ ਹੀ ਸੁੱਖ ਮਹਿਸੂਸ ਮਨੁੱਖ ਕਰਦਾ ਹੈ, ਫਿਰ ਦੁੱਖ ਕੋਈ ਨਹੀਂ ਮਹਿਸੂਸ ਹੁੰਦਾ। ਸਫਲ ਦਰਸ਼ਨ ਆਕਾਲ ਮੂਰਤ ਪ੍ਰਭ ਹੈ ਪੀ ਹੋਵਨ ਹਾਰਾ। ਜਿਹੜਾ ਕਿ ਮੌਤ ਤੋਂ ਰਹਿਤ ਹੈ, ਅਕਾਲ ਮੂਰਤ, ਜਿਹੜਾ ਕਾਲ ਦੇ ਵਿੱਚ ਨਹੀਂ ਆਉਂਦਾ। ਸਫਲ ਦਰਸ਼ਨ ਆਕਾਲ ਮੂਰਤ ਪ੍ਰਭ ਹੈ ਪੀ ਹੋਵਨ ਹਾਰਾ। ਹੁਣ ਵੀ ਆ ਤੇ ਪਹਿਲੋਂ ਵੀ ਸੀ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਹੋਵੇਗਾ। ਹੈ ਪੀ ਹੋਵਨ ਹਾਰਾ। ਕੰਠ ਲਗਾਏ ਆਪਣੇ ਜਨ ਰਾਖੇ, ਆਪਣੀ ਪ੍ਰੀਤ ਪਿਆਰਾ। ਉਹ ਆਪਣੇ ਗਲੇ ਦੇ ਨਾਲ ਲਗਾ ਲੈਂਦਾ ਹੈ ਤੇ ਆਪਣੀ ਪ੍ਰੀਤ ਬਖਸ਼ਿਸ਼ ਕਰਦਾ ਹੈ, ਆਪਣਾ ਪਿਆਰ ਬਖਸ਼ਿਸ਼ ਕਰਦਾ ਹੈ, ਆਪਣੀ ਪ੍ਰੀਤ ਪਿਆਰਾ। ਸੱਚਮੁੱਚ ਪਿਆਰਿਓ, ਜਦੋਂ ਗੁਰੂ ਦੇ ਦਰ ਦੇ ਉੱਤੇ ਆ ਕੇ ਗੁਰੂ ਨੂੰ ਆ ਕੇ ਨਮਸਤਕ ਹੁੰਦੇ ਹਾਂ, ਗੁਰੂ ਨੂੰ ਆ ਕੇ ਮੱਥਾ ਟੇਕਦੇ ਹਾਂ ਤੇ ਬਾਣੀ ਨੂੰ ਸਰਵਣ ਕਰਦੇ ਹਾਂ ਤੇ ਸ਼ਬਦਾਂ ਦਾ ਹਿਰਦੇ ਦੇ ਵਿੱਚ ਜਾਪ ਕਰਦੇ ਹਾਂ, ਉਦੋਂ ਮਾਨੋ ਬਿਲਕੁਲ ਤੁਹਾਡੇ ਅੰਗ ਸੰਗ ਹੈ ਪਰਮੇਸ਼ਰ।
ਕੰਠ ਲਗਾਏ ਆਪਣੇ ਜਨ ਰਾਖੇ। ਆਪਣੀ ਪ੍ਰੀਤ ਪਿਆਰਾ ਤੇ ਆਪਣੀ ਪ੍ਰੀਤ ਬਖਸ਼ਿਸ਼ ਕਰਦਾ ਹੈ, ਆਪਣਾ ਪਿਆਰ ਬਖਸ਼ਿਸ਼ ਕਰਦਾ ਹੈ। ਵੱਡੀ ਵਡਿਆਈ ਅਚਰਜ ਸੋਭਾ ਕਾਰਜ ਆਇਆ ਰਸ। ਉਸ ਮਾਲਕ ਦੀ ਜਿਹੜੀ ਵਡਿਆਈ ਹੈ ਹੈਰਾਨ ਕਰਨ ਵਾਲੀ ਹੈ, ਉਸ ਦੇ ਚੋਜ ਨੇ ਜਿਹੜੇ ਹੈਰਾਨ ਕਰਨ ਵਾਲੇ ਅਚਰਜ ਨੇ। ਵੱਡੀ ਵਡਿਆਈ ਅਚਰਜ ਸੋਭਾ ਕਾਰਜ ਆਇਆ ਰਾਸੇ। ਨਾਨਕ ਕਹੋ ਗੁਰਪੂਰਾ ਭੇਟਿਓ ਸਗਲੇ ਦੁਖ ਵਿਨਾਸੇ। ਜਦੋਂ ਗੁਰੂ ਦੇ ਨਾਲ ਭੇਟਣਾ ਹੋਈ, ਜਦੋਂ ਗੁਰੂ ਦੇ ਦਰਸ਼ਨ ਹੋਏ, ਸਾਰੇ ਦੁੱਖਾਂ ਦੀ ਨਿਵਰਤੀ ਹੋ ਗਈ। ਸਤਿਗੁਰਾਂ ਨੇ ਜੋ ਬਖਸ਼ਿਸ਼ ਕੀਤੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ, ਆਪ ਸਭਨਾਂ ਨੇ ਸਰਵਣ ਕੀਤਾ। ਮੇਰਾ ਸਤਿਗੁਰੂ ਬਖਸ਼ਿਸ਼ ਕਰੇ, ਸਭਨਾਂ ਦੇ ਝੋਲੀਆਂ ਦੇ ਵਿੱਚ ਨਾਮ ਦੀ ਦਾਤ ਪਾਵੇ, ਆਪਣੇ ਦਰ ਘਰ ਦੇ ਨਾਲ ਜੋੜ ਕੇ ਰੱਖੀ, ਸੇਵਾ ਤੇ ਸਿਮਰਨ ਦੀ ਦਾਤ ਬਖਸ਼ਿਸ਼ ਕਰੇ। ਵੱਧ ਤੋਂ ਵੱਧ ਦਰਬਾਰ ਦੀਆਂ ਹਾਜ਼ਰੀਆਂ ਭਰਨ ਦਾ ਬਲ ਉਦਮ ਚਾਉ ਬਖਸ਼ਿਸ਼ ਕਰੇ। ਹੋਈਆਂ ਭੁੱਲਾਂ ਦੀ ਖਿਮਾ। ਆਓ ਸਮੂਹ ਸੰਗਤ ਗੱਜ ਵੱਜ ਕੇ ਬੁਲਾਈਏ ਜੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।